ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਅਗਸਤ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਇਫਸੀਓਂ। ਇਸ ਲਈ ਕੋਈ ਨੂਰ ਦਾ ਫਲ ਹਰ ਤਰ੍ਹਾਂ ਦੀ ਨੇਕੀ ਤੇ ਰਾਸਤਬਾਜ਼ੀ ਤੇ ਸੱਚਾਈ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਹੈ। ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਣਾ ਹੈ। ਵੇਖ, ਮੇਰੀ ਜ਼ੁਬਾਨ ਉੱਤੇ ਕੋਈ ਅਜਿਹੀ ਗੱਲ ਨਹੀਂ ਜਿਹਨੂੰ ਤੂੰ ਐ ਖੁਦਾਵੰਦ ਪੂਰੇ ਤੌਰ ਤੇ ਨਾ ਜਾਣਦਾ ਹੋਵੇਂ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ ਜਾਂ ਤੇਰੀ ਹਜ਼ੂਰੀ ਤੋਂ ਕਿੱਥੇ ਭੱਜਾਂ। ਜੇ ਮੈਂ ਸੁਬਹ ਦੇ ਪਰ ਲਾ ਕੇ ਸਮੁੰਦਰ ਦੀ ਇੰਤਹਾ ਵਿੱਚ ਵਸਾਂ ਤੇ ਉੱਥੇ ਵੀ ਤੇਰਾ ਹੱਥ ਮੇਰੀ ਰਹਿਨੁਮਾਈ ਕਰੇਗਾ ਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲ ਲਵੇਗਾ। ਮੈਂ ਤੇਰਾ ਸ਼ੁਕਰ ਕਰਾਂਗਾ ਕਿਉਂ ਜੇ ਮੈਂ ਵੱਖਰੇ ਤਰੀਕੇ ਨਾਲ ਬਣਿਆ ਵਾਂ। ਤੇਰੇ ਕੰਮ ਹੈਰਾਨ ਕਰਨ ਵਾਲੇ ਨੇ। ਮੇਰਾ ਦਿਲ ਇਹਨੂੰ ਚੰਗੀ ਤਰ੍ਹਾਂ ਜਾਣਦਾ ਹੈ। ਦਰਸੀਵਾਸ ਬਾਈਬਲ ਵਿੱਚੋਂ। ਜ਼ਬੂਰ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਸਲਾਤੀਨ। ਤੇ ਜਦੋਂ ਉਹ ਪਾਰ ਹੋ ਗਏ ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ, ਭਈ ਇਸ ਤੋਂ ਪਹਿਲਾਂ ਕਿ ਮੈਂ ਤੇਥੋਂ ਲੈ ਲਿਆ ਜਾਵਾਂ, ਦੱਸ ਕਿ ਮੈਂ ਤੇਰੇ ਲਈ ਕੀ ਕਰਾਂ। ਅਲੀਸ਼ਾ ਨੇ ਆਖਿਆ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ, ਤੂੰ ਮੁਸ਼ਕਲ ਸਵਾਲ ਕੀਤਾ। ਫਿਰ ਵੀ ਜੇ ਤੂੰ ਮੈਨੂੰ ਆਪਣੇ ਆਪ ਤੋਂ ਵੱਖ ਹੁੰਦਿਆਂ ਵੇਖੇ ਤੇ ਤੇਰੇ ਲਈ ਇੰਜ ਹੀ ਹੋਵੇਗਾ, ਤੇ ਜੇ ਨਹੀਂ ਤੇ ਇੰਜ ਨਹੀਂ ਹੋਵੇਗਾ। ਤੇ ਉਹ ਅੱਗੇ ਟੁਰਦੇ ਤੇ ਗੱਲਾਂ ਕਰਦੇ ਜਾਂਦੇ ਸੀ, ਭਈ ਵੇਖੋ, ਇੱਕ ਆਤਸ਼ੀ ਰੱਥ ਤੇ ਆਤਸ਼ੀ ਘੋੜੇ ਨੇ ਇਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ। ਤੇ ਏਲੀਆ ਬਗੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਿল্ਲਾਇਆ, ਐ ਮੇਰੇ ਬਾਪ, ਮੇਰੇ ਬਾਪ, ਇਸਰਾਈਲ ਦੇ ਰੱਥ ਤੇ ਉਹਦੇ ਸਵਾਰ। ਤੇ ਉਹਨੇ ਉਹਨੂੰ ਫੇਰ ਨਾ ਵੇਖਿਆ। ਇਸ ਲਈ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਪਾੜ ਦਿੱਤਾ ਤੇ 2 ਹਿੱਸੇ ਕਰ ਦਿੱਤਾ। ਤੇ ਉਹਨੇ ਏਲੀਆ ਦੀ ਚਾਦਰ ਨੂੰ ਵੀ, ਜਿਹੜੀ ਉਹਦੇ ਤੋਂ ਡਿੱਗ ਪਈ ਸੀ, ਚੁੱਕ ਲਿਆ ਤੇ ਉਲਟਾ ਫਿਰਿਆ ਤੇ ਯਰਦਨ ਦੇ ਕੰਢੇ ਉੱਤੇ ਖਲੋ ਗਿਆ। ਤੇ ਉਹਨੇ ਏਲੀਆ ਦੀ ਚਾਦਰ ਨੂੰ, ਜਿਹੜੇ ਉਹਦੇ ਉੱਤੋਂ ਡਿੱਗ ਪਈ ਸੀ, ਲੈ ਕੇ ਪਾਣੀ ਉੱਤੇ ਮਾਰਿਆ ਤੇ ਆਖਿਆ, ਭਈ ਖੁਦਾਵੰਦ, ਏਲੀਆ ਦਾ ਰੱਬ ਕਿੱਥੇ ਹੈ। ਤੇ ਜਦੋਂ ਉਹਨੇ ਵੀ ਪਾਣੀ ਉੱਤੇ ਮਾਰਿਆ ਤੇ ਉਹ ਇੱਧਰ ਉੱਧਰ 2 ਹਿੱਸੇ ਹੋ ਗਿਆ ਤੇ ਅਲੀਸ਼ਾ ਪਾਰ ਹੋਇਆ। ਜਦੋਂ ਅੰਬੀਆਜ਼ਾਦਿਆਂ ਨੇ, ਜਿਹੜੇ ਯਰੂ ਵਿੱਚ ਉਹਦੇ ਨਾਲ ਸੀ, ਉਹਨੂੰ ਵੇਖਿਆ ਤੇ ਉਹ ਆਖਣ ਲੱਗੇ, ਏਲੀਆ ਦੀ ਰੂਹ ਅਲੀਸ਼ਾ ਉੱਤੇ ਠਹਿਰੀ ਏ। ਤੇ ਉਹ ਉਹਦੇ ਇਸਤਕਬਾਲ ਨੂੰ ਆਏ ਤੇ ਉਹਦੇ ਅੱਗੇ ਧਰਤੀ ਤੀਕਰ ਝੁੱਕ ਕੇ ਉਹਨੂੰ ਸਜਦਾ ਕੀਤਾ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ। ਤੇ ਉਹ ਨਾਸਰਤ ਵਿੱਚ ਆਇਆ, ਜਿੱਥੇ ਉਹਨੇ ਪਰਵਰਿਸ਼ ਪਾਈ ਸੀ, ਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਲਈ ਖਲੋਤਾ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ। ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ, ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਭਈ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਹਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ। ਤੇ ਜਿੰਨੇ ਇਬਾਦਤਖਾਨੇ ਵਿੱਚ ਸੀ, ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਮੱਤੀ। ਉਸ ਵੇਲੇ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੂਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ। ਪਰ ਯੂਹੰਨਾ ਇਹ ਆਖ ਕੇ ਉਹਨੂੰ ਮਨਾ ਕਰਨ ਲੱਗਿਆ ਕਿ ਮੈਨੂੰ ਆਪ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਏ ਤੇ ਤੂੰ ਮੇਰੇ ਕੋਲ ਆਇਆ ਹੈ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਹੁਣ ਤੂੰ ਹੋਣ ਹੀ ਦੇ, ਕਿਉਂ ਜੇ ਸਾਨੂੰ ਇੰਝ ਹੀ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਬ ਏ। ਇਹਦੇ ਤੇ ਉਹਨੇ ਹੋਣ ਦਿੱਤਾ। ਤੇ ਯਿਸੂ ਬਪਤਿਸਮਾ ਲੈ ਕੇ ਫਿਲਫੋਰ ਪਾਣੀ ਵਿੱਚੋਂ ਉੱਤੇ ਗਿਆ ਤੇ ਵੇਖੋ, ਉਹਦੇ ਲਈ ਅਸਮਾਨ ਖੁੱਲ੍ਹ ਗਿਆ ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ, ਅਸਮਾਨ ਤੋਂ ਇਹ ਆਵਾਜ਼ ਆਈ, ਵੀ ਇਹ ਮੇਰਾ ਸੋਹਣਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ।
ਯੋਹੰਨਾ। ਫਰੀਸੀਆਂ ਵਿੱਚੋਂ ਨਿਕੋਦੀਮਸ ਨਾਂ ਦਾ ਇੱਕ ਬੰਦਾ ਯਹੂਦੀਆਂ ਦਾ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂਕਿ ਜਿਹੜੇ ਮੁਅਜਜ਼ੇ ਤੂੰ ਵਿਖਾਉਣਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੱਕ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ, ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦੋਂ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਦਾਖਲ ਹੋ ਕੇ ਪੈਦਾ ਹੋ ਸਕਦਾ ਹੈ? ਯਿਸੂ ਨੇ ਉਹਨੂੰ ਜਵਾਬ ਦਿੱਤਾ, ਭਈ ਮੈਂ ਸੱਚ ਆਖਦਾ ਵਾਂ, ਜਦੋਂ ਤੱਕ ਕੋਈ ਬੰਦਾ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਵੇ ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਬਦਨ ਤੋਂ ਪੈਦਾ ਹੋਇਆ ਹੈ ਬਦਨ ਹੈ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਰੂਹ ਹੈ। ਹੈਰਾਨ ਨਾ ਹੋ ਕਿ ਮੈਂ ਤੈਨੂੰ ਆਖਿਆ ਭਈ ਤੇਰਾ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਹਵਾ ਜਿੱਧਰ ਚਾਹੁੰਦੀ ਹੈ ਚੱਲਦੀ ਹੈ, ਤੇ ਤੂੰ ਉਹਦੀ ਆਵਾਜ਼ ਸੁਣਦਾ ਹੈ ਪਰ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਹੈ ਤੇ ਕਿੱਧਰ ਨੂੰ ਜਾਂਦੀ ਹੈ। ਜਿਹੜਾ ਕੋਈ ਰੂਹ ਤੋਂ ਪੈਦਾ ਹੋਇਆ ਹੈ ਇੰਝ ਹੀ ਹੈ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਕਿਉਂ ਜੇ ਜਿਹੜੇ ਬਦਨੀ ਨੇ ਉਹ ਬਦਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਬਦਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਸਕੂਨ ਹੈ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਦੇ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਤੋਂ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਜਿਹਦੇ ਤੋਂ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਦੇ ਨਾਲ ਰਲ ਕੇ ਗਵਾਹੀ ਦਿੰਦਾ ਹੈ ਭਈ ਅਸੀਂ ਰੱਬ ਦੇ ਪੁੱਤਰ ਹਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿਚਲਾਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਦੀਆਂ 3 ਵੱਡੀਆਂ ਸੱਚਾਈਆਂ ਕਾਦਰ ਮੁਤਲਕ, ਹਰ ਥਾਂ ਤੇ ਮੌਜੂਦ, ਅਲਾਮੁਲ ਗਯੂਬ, ਸਾਰੀਆਂ ਤਾਕਤਾਂ ਰੱਖਣ ਵਾਲਾ, ਹਰ ਥਾਂ ਨੂੰ ਪੁਰ ਕਰਨ ਵਾਲਾ, ਸਾਰੀ ਸਾਇੰਸ ਰੱਖਣ ਵਾਲਾ ਰੂਹ ਹਮੇਸ਼ਾ ਇਸ ਅਕੀਦੇ ਤੋਂ ਇਨਕਾਰ ਕਰਦਾ ਹੈ ਭਈ ਮਾਦਾ ਅਸਲ ਹੋ ਸਕਦਾ ਹੈ। ਇਹ ਹਮੇਸ਼ਾ ਦੀਆਂ ਸੱਚਾਈਆਂ ਰੱਬ ਦੀ ਰੋਸ਼ਨ ਅਸਲੀਅਤ ਦੇ ਤੌਰ ਤੇ ਇਬਤਦਾਈ ਵਜੂਦੀਅਤ ਦਾ ਇਜ਼ਹਾਰ ਕਰਦੀਆਂ ਨੇ, ਜਿਹਦੇ ਵਿੱਚ ਉਹ ਸਭ ਜੋ ਉਹਨੇ ਬਣਾਇਆ ਹੈ ਉਹਦੀ ਨੇਕ ਸੀਰਤ ਦੇ ਪਾਰੋਂ ਵਾਜ਼ਿਹ ਹੁੰਦਾ ਹੈ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਇਸਤਵਾਰ ਕਰਦਿਆਂ ਹੋਇਆਂ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਤੇ ਮਸੀਹ ਯਾਨੀ ਹਕੀਕੀ ਇਨਸਾਨ ਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਣ ਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਹੈ। ਮਸੀਹ ਯਾਨੀ ਸੱਚਾਈ ਯਿਸੂ ਦੇ ਪਾਰੋਂ ਜ਼ਾਹਿਰ ਹੋਈ ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਤੇ ਇਹ ਵਿਖਾਣ ਲਈ ਕਿ ਸੱਚਾਈ ਬਿਮਾਰ ਨੂੰ ਸ਼ਫਾ ਦਿੰਦਿਆਂ ਤੇ ਪਾਪ ਨੂੰ ਤਬਾਹ ਕਰਦਿਆਂ ਹੋਏ ਇਨਸਾਨੀ ਸਿਆਣ ਤੇ ਬਦਨ ਉੱਤੇ ਉਹਦੇ ਅਸਰਾਂ ਦੇ ਪਾਰੋਂ ਜ਼ਾਹਰ ਹੁੰਦੀ ਹੈ। ਜਦੋਂ ਤੀਕਰ ਹਮ ਆਂਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਹ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵਰ ਨਹੀਂ ਪਾ ਸਕਦੇ ਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ। ਚਾਲਾਕ, ਸਾਦਾ ਤੇ ਚੁਸਤ ਰਹੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ। ਸਾਖਣ ਹੋਣਾ ਤੇ ਦਰਮਿਆਨੀ ਰਾਹ ਅਪਣਾਣਾ ਜਾਂ ਰੂਹ ਤੇ ਮਾਦੇ, ਸੱਚਾਈ ਤੇ ਗਲਤੀ ਨਾਲ ਇਕੱਠੇ ਕੰਮ ਕਰਨ ਦੀ ਉਮੀਦ ਰੱਖਣਾ ਅਕਲਮੰਦੀ ਨਹੀਂ। ਰਾਹ ਹੈ ਪਰ ਸਿਰਫ ਇੱਕ, ਯਾਨੀ ਰੱਬ ਤੇ ਉਹਦਾ ਖਿਆਲ ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਕਰਦਾ ਹੈ। ਬਦਨ ਉੱਤੇ ਸਾਇੰਸੀ ਹੁਕਮਰਾਨੀ ਇਲਾਹੀ ਸਿਆਣ ਦੇ ਪਾਰੋਂ ਹਾਸਲ ਹੋਣੀ ਚਾਹੀਦੀ ਹੈ। ਕਿਸੇ ਦੂਜੇ ਤਰੀਕੇ ਨਾਲ ਬਦਨ ਉੱਤੇ ਕਾਬੂ ਪਾਣਾ ਨਾਮੁਮਕਿਨ ਹੈ। ਇਸ ਬੁਨਿਆਦੀ ਨੁਕਤੇ ਉੱਤੇ ਕਮਜ਼ੋਰ ਕਦਾਮਤ ਪਸੰਦੀ ਬਿਲਕੁਲ ਨਾਕਾਬਲੇ ਕਬੂਲ ਹੈ। ਸੱਚਾਈ ਉੱਤੇ ਸਿਰਫ ਇੰਤਹਾਈ ਭਰੋਸੇ ਦੇ ਪਾਰੋਂ ਹੀ ਸਾਇੰਸੀ ਸ਼ਫਾਈਆ ਕੂਵਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਦੋਂ ਇਨਸਾਨ ਰੱਬ ਤੇ ਇਨਸਾਨ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਾਸਦ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ
ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਵੀ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਰੂਹ ਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਹੈ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਏ ਤੇ ਬਿਮਾਰੀ ਤੇ ਮੌਤ ਉੱਤੇ ਯਿਸੂ ਨੇ ਫਤਹ ਪਾਈ, ਜਿਨ੍ਹਾਂ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਹੈ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਹਾਂ ਤੇ ਇਨਸਾਨ ਨੂੰ ਇਹ ਪਤਾ ਹੈ। ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾਕਾਰੀ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਤੇ ਨਰਮ ਜ਼ੁਬਾਨ ਵਾਲੀ ਕਮੀਨਗੀ ਦੇ ਰਾਹੀਂ ਸੁਰਾਗ ਰਸਾਨੀ ਤੋਂ ਬਚ ਸਕਦੀ ਹਾਂ। ਖਾਹਿਸ਼ ਵਿੱਚ ਜਾਨਵਰ, ਜਜ਼ਬੇ ਵਿੱਚ ਧੋਖੇਬਾਜ਼, ਮਕਸਦ ਵਿੱਚ ਚਾਤਰ, ਮੇਰਾ ਮਤਲਬ ਵੀ ਹਯਾਤੀ ਦੇ ਥੋੜ੍ਹੇ ਜਿਹੇ ਵੇਲੇ ਨੂੰ ਇੱਕ ਜਸ਼ਨ ਬਣਾ ਦੇਣੀ ਆ। ਪਾਪ ਕਿੰਨੀ ਚੰਗੀ ਸ਼ੈ ਹੈ। ਜਿੱਥੇ ਨੇਕ ਇਰਾਦੇ ਦੀ ਉਡੀਕ ਹੁੰਦੀ ਏ ਉੱਥੇ ਪਾਪ ਕਿਵੇਂ ਕਾਮਯਾਬ ਹੁੰਦਾ ਹੈ। ਇਹ ਜੱਗ ਮੇਰੀ ਬਾਦਸ਼ਾਹਤ ਏ। ਮੈਂ ਮਾਦੇ ਦੀ ਖੂਬਸੂਰਤੀ ਉੱਤੇ ਤਖਤ ਨਸ਼ੀਨ ਹਾਂ, ਪਰ ਰੱਬ ਦੀ ਇੱਕ ਚੁਵਨ, ਇੱਕ ਹਾਦਸਾ, ਰੱਬ ਦੀ ਸ਼ਰੀਅਤ ਕਿਸੇ ਵੀ ਵੇਲੇ ਮੇਰਾ ਸਕੂਨ ਬਰਬਾਦ ਕਰ ਸਕਦੀ ਏ। ਕਿਉਂ ਜੇ ਮੇਰੀਆਂ ਸਾਰੀਆਂ ਖਿਆਲੀ ਖੁਸ਼ੀਆਂ ਖਤਰਨਾਕ ਨੇ, ਪਰ ਮੇਰੀ ਬਦਕਿਸਮਤੀ ਉਬਲਦੇ ਹੋਏ ਲਾਵੇ ਵਾਂਗਰ ਮੈਂ ਵੱਧਦੀ ਵਾਂ ਤੇ ਸਵਾਹ ਕਰਨ ਵਾਲੀ ਅੱਗ ਦੀ ਅਜ਼ਮਤ ਦੇ ਨਾਲ ਚਮਕਦੀ ਵਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ, ਮੈਂ ਰੂਹ ਹਾਂ। ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ। ਕਿਉਂ ਜੇ ਮੈਂ ਲਾਫਾਨੀ ਹਾਂ। ਪਾਕੀਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾ ਮੁੱਕਣ ਵਾਲਾ ਜਲਾਲ, ਇਹ ਸਭ ਮੇਰੇ ਨੇ। ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣਾ ਵਾਂ। ਕਿਉਂ ਜੇ ਮੈਂ ਸੱਚਾਈ ਵਾਂ। ਮੈਂ ਸਾਰੀਆਂ ਨਿਮਤਾਂ ਸ਼ਾਮਲ ਕਰਦਾ ਤੇ ਦੇਣਾ ਵਾਂ। ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣਾ ਵਾਂ। ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡਾ ਵਾਂ। ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮਵਾਦ ਹਾਂ। ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਵੀ ਰੱਬ ਹੀ ਵਾਹਿਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਇਸ ਸਮਝ ਨਾਲ ਫਤਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਛਬੀ ਬਣਾਉਂਦੀ ਏ। ਫਿਰ ਰੂਹ ਬਦਨ ਉੱਤੇ ਫਤਹਮੰਦ ਹੋਵੇਗੀ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ। ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।